ਖਿਆਲਾਂ ਦੀ ਬਾਣ ਜਿਹੜੀ ਆ ਉਹਦੇ ਅੰਦਰ ਜੋ ਸਾਡੇ ਚੱਲਦਾ ਰਹਿੰਦਾ ਹੈ, ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਿ ਬੰਦਾ ਜਿਹੜਾ ਹੈ ਉਹ ਵਿਕਾਰਾਂ ਦੀਆਂ ਸੋਚਾਂ ਵਿੱਚ ਪਿਆ ਰਹਿੰਦਾ ਹੈ। ਕਬੀਰ ਵਿਕਾਰੇ ਚਿਤਵਤੇ ਤੇ ਝੂਠੇ ਕਰਤੇ ਆਸ। ਤੇ ਬੰਦੇ ਦੇ ਜਿਹੜੇ ਅੰਦਰ ਖਿਆਲ ਨੇ ਉਹ ਪ੍ਰੀਤ ਵੀ ਝੂਠੀ ਆ ਤੇ ਆਸ ਵੀ ਝੂਠੀਆਂ ਚੀਜ਼ਾਂ ਤੇ ਲਾਈ ਹੋਈ ਹੈ। ਕਬੀਰ ਵਿਕਾਰੇ ਚਿਤਵਤੇ ਝੂਠੇ ਕਰਤੇ ਆਸ, ਮਨੋਰਥ ਕੋਇ ਨ ਪੂਰਿਓ ਚਾਲੇ ਊਠ ਨਿਰਾਸ। ਜ਼ਰੂਰੀ ਨਹੀਂ ਹੁੰਦੀਆਂ ਵੀ ਬੰਦੇ ਦੀਆਂ ਸਾਰੀਆਂ ਆਸਾਂ ਪੂਰੀਆਂ ਹੋਣ, ਇਸ ਕਰਕੇ ਬੰਦਾ ਇੱਥੋਂ ਨਿਰਾਸ਼ ਹੋ ਕੇ ਦੁਨੀਆ ਤੋਂ ਜਾਂਦਾ ਹੈ। ਜਿੰਨੀਆਂ ਕਿਸੇ ਦੀਆਂ ਬਾਹਲੀਆਂ ਆਸਾਂ ਹੋਣਗੀਆਂ ਕਿਸੇ ਤੇ ਲਾਈਆਂ ਹੋਈਆਂ, ਉਹ ਸਾਰੀਆਂ ਕਬੀਰ ਜੀ ਕਹਿੰਦੇ ਪੂਰੀਆਂ ਨਹੀਂ ਹੁੰਦੀਆਂ। ਸਾਰੇ ਸੁਪਨੇ ਥੋੜ੍ਹੀ ਪੂਰੇ ਹੁੰਦੇ ਆ ਬੰਦੇ ਦੇ, ਇਹ ਹੁੰਦਾ ਹੀ ਨਹੀਂ ਹੈਗਾ। फूलों को मैंने खिलते और बिखरते दोनों देखा है, कैसे कह दूं उपमन तेरा बनवास बना रह पाएगा। सपनों को मैंने बनते और टूटते दोनों देखा है, कैसे कह दूं हर सुपन तुम्हारा पूरा ही हो जाएगा। गागर को मैंने भरते और फूटते दोनों देखा है, कैसे कह दूं जे कलश तुम्हारा सदा भरा रह पाएगा। सूरज को मैंने चढ़ते और उतरते दोनों देखा है, कैसे कह दूं अभिमान तुम्हारा तुम्हें अमर कर पाएगा। कैसे कह दूं अभिमान तुम्हारा तुम्हें अमर कर पाएगा। ਤਾਂ ਇੱਥੇ ਜ਼ਰੂਰੀ ਨਹੀਂ ਵੀ ਤੁਹਾਡੀਆਂ ਆਸਾਂ ਸਾਰੀਆਂ ਪੂਰੀਆਂ ਹੋਣਗੀਆਂ ਜਿਹੜੀਆਂ ਆਪਾਂ ਰੱਖੀਆਂ ਹੋਈਆਂ ਨੇ, ਜਿਹੜੀਆਂ ਆਪਾਂ ਲਾਈਆਂ ਹੋਈਆਂ ਨੇ। ਮਨ ਤਾਂ ਬੜਾ ਕੁਝ ਕਹਿੰਦਾ। ਕਬੀਰ ਸਾਹਿਬ ਜੀ ਕਹਿੰਦੇ ਮਨ ਤਾਂ ਬੋਲੀ ਜਾਂਦਾ ਹਟਦਾ ਹੀ ਨਹੀਂ। ਆਸਾਂ ਲਾਈ ਜਾਂਦਾ ਟਲਦਾ ਹੀ ਨਹੀਂ। ਜ਼ਰੂਰੀ ਨਹੀਂ ਨਾ ਹੁਣ ਉਹ ਆਸ ਪੂਰੀ ਹੋਊਗੀ। ਜਦੋਂ ਉਹ ਆਸ ਪੂਰੀ ਨਹੀਂ ਹੁੰਦੀ, ਉਦੋਂ ਇਨਸਾਨ ਨੂੰ ਜਦੋਂ ਜਾਣਾ ਪੈਂਦਾ ਇਸ ਸੰਸਾਰ ਤੋਂ, ਫਿਰ ਉਹ ਨਿਰਾਸ਼ ਹੋ ਕੇ ਜਾਂਦਾ, ਖੁਸ਼ ਹੋ ਕੇ ਨਹੀਂ ਜਾਂਦਾ। ਤਾਂ ਇਹ ਵਾਲੀ ਪੰਕਤੀ ਨਹੀਂ ਫਿਰ ਉਹਦੇ ਤੇ ਢੁੱਕਦੀ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਇਵੇਂ ਨਹੀਂ ਉਹਦਾ ਜੀਵਨ ਹੱਸਦਾ ਨਹੀਂ ਹੋ ਜਾਂਦਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕੀ ਕਹਿ ਰਹੇ ਨੇ? ਧਨਾਸਰੀ ਮਹੱਲਾ ਪੰਜਵਾ। ਰਾਗ ਹੈ ਧਨਾਸਰੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਮੈਂ ਬਹੁਤ ਜਗ੍ਹਾ 'ਤੇ ਫਿਰ ਕੇ, ਫਿਰਤ ਦਾ ਮਤਲਬ ਹੁੰਦਾ ਮੈਂ ਬਹੁਤ ਸਾਰੀਆਂ ਥਾਵਾਂ 'ਤੇ ਹੋ ਕੇ ਆਇਆ ਹਾਂ। ਮੈਂ ਸਾਰੇ ਰਾਹ ਦੇਖ ਲਏ। ਗੁਰੂ ਤੋਂ ਜੋ ਉਲਟ ਸੀ ਬਿਲਕੁਲ, ਮੈਂ ਉਹਨਾਂ ਨੂੰ ਪਰਖ ਲਿਆ। ਫਿਰਤ ਭੇਟੇ ਜਨ ਸਾਧੂ। ਇਵੇਂ ਨਾ ਫਿਰ ਮੈਂ ਗੁਰੂ ਕੋਲ ਆ ਗਿਆ, ਰੱਬ ਦੇ ਪਿਆਰਿਆਂ ਕੋਲ ਆ ਗਿਆ। ਉਹਨਾਂ ਨੇ ਮੈਨੂੰ ਸਮਝਾਇਆ, ਪੂਰੇ ਗੁਰ ਸਮਝਾਇਆ। ਪਹਿਲਾਂ ਮੇਰੀ ਜ਼ਿੰਦਗੀ ਭਟਕਣਾ ਸੀ, ਮੈਨੂੰ ਸਮਝ ਨਹੀਂ ਸੀ ਆਉਂਦੀ ਮੈਂ ਪਹੁੰਚਣਾ ਕਿੱਥੇ ਆ। ਮੈਂ ਭੱਜਦਾ ਸੀ, ਦੌੜਦਾ ਸੀ, ਮੰਜ਼ਿਲ ਦਾ ਨਹੀਂ ਸੀ ਪਤਾ। ਉਹ ਜਿਹੜੀ ਡੈਸਟੀਨੇਸ਼ਨ ਆ, ਜਿਹੜੀ ਮੰਜ਼ਿਲ ਆ, ਉਹਦੇ ਬਾਰੇ ਗੁਰੂ ਨੇ ਮੈਨੂੰ ਦੱਸਿਆ ਕਿ ਇਹ ਜਗ੍ਹਾ 'ਤੇ ਤੂੰ ਪਹੁੰਚਣਾ ਹੈ। ਆਨ ਸਗਲ ਬਿਦ ਕਾਮ ਨ ਆਵੇ, ਹਰ ਹਰ ਨਾਮ ਤੇ ਆਇਆ। ਬਹੁਤ ਸੋਹਣੀ ਪੰਕਤੀ ਆ। ਮਨ ਨੂੰ ਟਿਕਾਉਣ ਲਈ, ਮਨ ਦੀ ਸ਼ਾਂਤੀ ਲਈ, ਅੰਦਰਲੇ ਆਨੰਦ ਲਈ, ਅੰਦਰੋਂ ਸੋਹਣੇ ਬਣਨ ਲਈ, ਆਨ ਸਗਲ ਬਿਦ ਕਾਮ ਨ ਆਵੇ,
होर कोई काम नहीं काम आउंदा, हर हर नाम ते आया। नाम नूं ध्याउण तों बिना। गुरु अर्जन देव जी कहंदे ने होर कोई भी काम नहीं आउंदा मन नूं टिकाउण लई रब दे नाम नूं जपण तों बिना। ਇਹ ਗੱਲ ਵੀ ਮੈਨੂੰ ਰੱਬ ਨੇ ਹੀ ਦੱਸੀ ਆ, ਰੱਬ ਦੇ ਪਿਆਰਿਆਂ ਨੇ ਦੱਸੀ ਆ, ਇਹ ਮੈਂ ਨਹੀਂ ਕਹਿੰਦਾ। ਉਹ ਕਹਿੰਦੇ ਪੂਰੇ ਗੁਰ ਸਮਝਾਇਆ, ਪੂਰੇ ਗੁਰੂ ਨੇ ਮੈਨੂੰ ਇਹ ਗੱਲ ਦੱਸੀ ਆ। ਤਾਤੇ ਮੋਏ ਧਾਰੀ ਓਟ ਗੋਪਾਲ। ਹੁਣ ਜਦੋਂ ਮੈਨੂੰ ਗੁਰੂ ਨੇ ਦੱਸ ਦਿੱਤਾ ਕਿ ਇਹ ਜਿਹੜੀ ਬੰਦਗੀ ਆ ਇਹੀ ਰੱਬ ਦੇ ਨਾਲ ਤਾਲੁਕਾਤ ਬਣਾਉਂਦੀ ਆ, ਗੂੜਾ ਰਿਸ਼ਤਾ ਬਣਾਉਂਦੀ ਆ, ਤਾਂ ਮੈਂ ਉਹਦੇ ਨਾਲ ਪ੍ਰੀਤ ਪਾਈ ਆ। ਫਿਰ ਮੇਰੀ ਰੱਬ ਨਾਲ ਪ੍ਰੀਤ ਬਣੀ ਆ ਜਦੋਂ ਗੁਰੂ ਨੇ ਮੈਨੂੰ ਇਹ ਦੱਸਿਆ ਕਿ ਰੱਬ ਦੀ ਬੰਦਗੀ ਨਾਲ ਹੀ ਮਨ ਟਿਕਦਾ, ਹੋਰ ਕੋਈ ਕੰਮ ਨਹੀਂ ਕੰਮ ਆਉਂਦਾ। ਗੁਰੂ ਸਾਹਿਬ ਜੀ ਨੇ ਸਾਨੂੰ ਜਦੋਂ ਇਹ ਦੱਸਿਆ ਕਿ ਬਾਣੀ ਨਾਲ ਹੀ ਸ਼ਾਂਤੀ ਆਉਂਦੀ ਆ, ਉਦੋਂ ਬਾਣੀ ਨਾਲ ਪਿਆਰ ਬਣਿਆ ਵਾ, ਜਦੋਂ ਉਹਦੀ ਅਹਿਮੀਅਤ ਦਾ ਮੈਨੂੰ ਪਤਾ ਲੱਗਾ। शरण परयो पूर्ण परमेश्वर, बिन से सगल जंजाल। पूरे गुरु की शरण पै के मेरे ਜਿਹੜੇ ਬਾਕੀ जंजाल ਸੀਗੇ, ਉਹ ਜਿਹੜੇ ਅੰਦਰ ਮੇਰੇ ਸੀ ਦਿਖਦੇ ਨਹੀਂ ਸੀ, ਪਰ ਮੈਂ ਉਲਝਦਾ ਬਹੁਤ ਸੀ ਉਹਨਾਂ ਕਰਕੇ। ਉਹ ਸਾਰਾ ਜਿਹੜਾ ਉਲਝੀ ਹੋਈ ਚੀਜ਼ ਆ ਸੁਲਝ ਗਈ ਆ। ਜਿਵੇਂ ਆਪਾਂ ਕਹਿੰਦੇ ਆ ਉਹ ਬੰਦਾ ਬਹੁਤ ਸੁਲਝਿਆ ਹੋਇਆ ਵਾ, ਕਿਉਂਕਿ ਉਹਦੇ ਵਿਚਾਰ ਬਹੁਤ ਸੁਲਝੇ ਹੋਏ ਆ। ਉਹ ਸੁਲਝਿਆਂ ਹੋਇਆਂ ਕੋਲ ਬਹਿੰਦਾ ਹੈ, ਸੁਲਝਿਆਂ ਹੋਇਆਂ ਨੂੰ ਪੜ੍ਹਦਾ ਹੈ, ਸੁਲਝਿਆਂ ਹੋਇਆਂ ਨੂੰ ਸੁਣਦਾ ਹੈ, ਤਾਂ ਹੀ ਉਹ ਸੁਲਝਿਆ ਹੋਇਆ ਇਨਸਾਨ ਆ। ਉਹਦੇ ਅੰਦਰ ਕੁਝ ਉਲਝਿਆ ਨਹੀਂ ਹੈਗਾ। ਬਿਨ ਸੇ ਸਗਲ ਜੰਜਾਲ, ਸ਼ਰਨ ਪਰਿਓ ਪੂਰਨ ਪਰਮੇਸ਼ਰ। ਜਦੋਂ ਮੈਂ ਗੁਰੂ ਸਾਹਿਬ ਜੀ ਦੀ ਸ਼ਰਣੀ ਪਿਆ ਉਸ ਵਕਤ ਹੀ ਇਹ ਖੇਡ ਬਣੀ ਆ ਨਾ। ਸੁਰਗ ਮਿਰਤ ਪਿਆਲ ਭੂਮੰਡਲ, ਸਗਲ ਵਿਆਪੇ ਮਾਏ। ਸੁਰਗ ਦੇ ਅਰਥ ਆ ਦੇਵ ਲੋਕ ਸੁਰਗ, ਮਿਰਤ ਦੇ ਅਰਥ ਆ ਮਾਤ ਲੋਕ ਜਿੱਥੇ ਆਪਾਂ ਰਹਿੰਦੇ ਹਾਂ, ਪਿਆਲ ਦੇ ਅਰਥ ਆ ਪਤਾਲ ਧਰਤੀ ਦਾ ਹੇਠਲਾ ਹਿੱਸਾ, ਭੂਮੰਡਲ ਦੇ ਅਰਥ ਆ ਧਰਤੀਆਂ, ਸਗਲ ਵਿਆਪੇ ਮਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੱਲੇ ਅਸੀਂ ਨਹੀਂ, ਸੁਰਗ ਦੇ ਲੋਕ, ਮਾਤ ਲੋਕ ਵਾਲੇ ਲੋਕ, ਪਤਾਲ ਵਾਲੇ ਲੋਕ, ਹੋਰ ਧਰਤੀਆਂ ਤੇ ਵਸਣ ਵਾਲੇ ਲੋਕ, ਸਗਲ ਵਿਆਪੇ ਮਾਏ। ਉਹ ਸਾਰਿਆਂ ਦੇ ਅੰਦਰ ਹੀ ਇਹ ਚੀਜ਼ਾਂ ਪਈਆਂ ਹੋਈਆਂ ਨੇ। ਇਹ ਜੋ ਆਪਾਂ ਯਾਦ ਕਰਦੇ ਹਾਂ ਰੱਬ ਨੂੰ ਛੱਡ ਕੇ ਦੂਜੀਆਂ ਚੀਜ਼ਾਂ, ਉਹ ਸਾਰਿਆਂ ਦੇ ਅੰਦਰ ਹੀ ਹੈਗੀਆਂ ਨੇ। ਇਹ ਨਹੀਂ ਕਿ ਆਪਣੇ ਅੰਦਰ ਆ, ਇਹ ਨਹੀਂ ਕਿ ਇਹ ਮੇਰੇ ਮਨ ਦੀ ਕਹਾਣੀ ਆ, ਨਹੀਂ, ਇਹ ਤੁਹਾਡੇ ਮਨ ਦੀ ਕਹਾਣੀ ਆ। ਇਹ ਵੀ ਨਹੀਂ ਕਿ ਮੇਰੇ ਤੇ ਤੁਹਾਡੇ ਮਨ ਦੀ ਕਹਾਣੀ ਆ, ਨਾ, ਇਹ ਸਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਕਹਾਣੀ ਆ। ਇਹ ਵੀ ਨਹੀਂ, ਇਹ ਸਾਰੇ ਪਿੰਡ ਦੀ ਕਹਾਣੀ ਆ, ਪਿੰਡ ਦੀ ਨਹੀਂ, ਇਹ ਸਾਰੇ ਬ੍ਰਹਿਮੰਡ ਦੀ ਕਹਾਣੀ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਸਾਰੇ ਇਨਸਾਨ ਰੱਬ ਦੇ ਪਿਆਰ ਤੋਂ ਬਿਨਾਂ ਅੰਦਰੋਂ ਉਖੜੇ ਹੋਏ ਨੇ, ਉਧੜੇ ਹੋਏ ਨੇ, ਉਹਨਾਂ ਨੂੰ ਬਣਨ ਦੀ ਲੋੜ ਆ। ਜੀ ਉਦਾਹਰਨ ਸਭ ਕੁਲ ਤਾਰਨ, ਹਰ ਹਰ ਨਾਮ ਤੇ ਆਏ। ਜੀਆਂ ਦੇ ਉਧਾਰ ਵਾਸਤੇ, ਆਪਣੀਆਂ ਕੁਲਾਂ ਨੂੰ ਤਰਾਉਣ ਵਾਸਤੇ ਹਰ ਹਰ ਨਾਮ ਤੇ ਆਏ। ਇਨਸਾਨ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਮਾਲਵੇ ਦੇ ਇਲਾਕੇ ਵੱਲ ਆਉਂਦੇ ਨੇ, ਜੰਗਲ ਦੇ ਵਿੱਚ ਆ ਕੇ ਡੇਰਾ ਲਾਉਂਦੇ ਨੇ। ਗਰਮੀ ਦਾ ਮੌਸਮ ਆ ਉਦੋਂ। ਪਿਸ਼ੌਰ ਤੋਂ ਸੰਗਤ ਚੱਲ ਕੇ ਨਾ ਪਿਆਰੇ ਦੇ ਪਾਸ ਪਹੁੰਚਦੀ ਆ। ਪਿਸ਼ੌਰ ਬੜੀ ਦੂਰ ਸੀ ਉੱਥੋਂ, ਬਹੁਤ ਥੱਕ ਗਏ ਉਹ। ਪੁਰਾਣਾ ਜ਼ਮਾਨਾ, ਉੱਦਾਂ ਦੇ ਵਾਹਨ, ਉਹ ਵਾਲੀ ਥਕਾਵਟ ਬਹੁਤ ਹੋ ਗਈ। ਲਾਗੇ ਹੀ ਜੰਗਲ ਦੇ ਇੱਕ ਖੇਤ ਸੀ, ਖੇਤਾਂ ਦੇ ਵਿੱਚ ਇੱਕ ਕਿਸਾਨ ਸੀ। ਕਿਸਾਨ ਨੇ ਸੋਚਿਆ, ਉਹਨੇ ਕਹਿਣ ਲੱਗਾ ਉਹ ਜ਼ਿਮੀਂਦਾਰ
ਕਿ ਗੁਰੂ ਕੋਲੇ ਕਿੰਨੀ ਦੂਰੋਂ ਸੰਗਤਾਂ ਚੱਲ ਕੇ ਆਈਆਂ ਨੇ, ਰਾਹੀ ਨੇ, ਮੁਸਾਫਰ ਨੇ, ਕਿਉਂ ਨਾ ਮੇਰੇ ਘਰ ਵਿੱਚ ਲਵੇਰੇ ਨੇ, ਪਸ਼ੂ ਡੰਗਰ ਨੇ, ਮੈਂ ਇਹਨਾਂ ਨੂੰ ਲੱਸੀ ਪਿਆਵਾਂ ਲਿਆ ਕੇ। ਇਹ ਦਿਲ ਵਿੱਚ ਤਰਸ ਆ ਗਿਆ। ਘਰੇ ਜਾਂਦਾ ਹੈ ਉਹ ਜ਼ਿਮੀਂਦਾਰ ਅਤੇ ਉਹ ਲੱਸੀ ਦੇ ਬਰਤਨ ਭਰ ਕੇ ਨਾਲ ਕਿਸੇ ਆਪਣੇ ਸਾਥੀ ਨੂੰ ਲੈ ਕੇ ਆਉਂਦਾ ਅਤੇ ਸੰਗਤਾਂ ਨੂੰ ਛਕਾਉਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਬਚਨਾਂ ਵਿੱਚ ਜਿਹੜੀ ਗੱਲ ਆਖ ਰਹੇ ਆ, ਉਹੀ ਗੁਰੂ ਤੇਗ ਬਹਾਦਰ ਜੀ ਨੇ ਉਹਨੂੰ ਕਿਹਾ ਕਿ ਇਹ ਜਿਹੜਾ ਤੂੰ ਕਾਰਜ ਕੀਤਾ ਹੈ ਨਾ, ਪਿਸ਼ੌਰ ਤੋਂ ਆਈ ਸੰਗਤ ਨੂੰ ਲੱਸੀ ਪਿਆ ਕੇ ਉਹਨਾਂ ਦੀ ਥਕਾਵਟ ਦੂਰ ਕੀਤੀ ਆ, ਇਹ ਕੁਲਾਂ ਨੂੰ ਤਰਾਉਣ ਵਾਲਾ ਕੰਮ ਹੋ ਜਾਂਦਾ। ਜੀ ਉਦਾਹਰਣ ਸਭ ਕੁਲ ਤਾਰਨ। ਕੋਈ ਵੀ ਕੁਲ ਵਿੱਚ ਬੰਦਗੀ ਵਾਲਾ ਹੋਵੇ ਸੱਜਣ ਕੋਈ, ਉਹਦੇ ਨਾਲ ਉਹਦੀ ਕੁਲ ਜਿਹੜੀ ਆ ਸੋਭਾ ਪਾਉਂਦੀ ਆ। ਕੋਈ ਮਾੜਾ ਬੰਦਾ ਹੋਵੇ ਉਹਦੇ ਨਾਲ ਉਹਦੀ ਕੁਲ ਨੂੰ ਦਾਗ ਲੱਗਦਾ। ਤਾਂ ਹੀ ਕਿਹਾ ਨਾ ਵੀ ਭਗਤ ਜਨਾ ਕੇ ਇੱਕੀ ਕੁਲ ਤਰਾਏ। ਤਾਂ ਗੁਰੂ ਤੇਗ ਬਹਾਦਰ ਜੀ ਨੇ ਫਿਰ ਕਿਹਾ ਉਸ ਜ਼ਿਮੀਂਦਾਰ ਨੂੰ, ਕਿਸਾਨ ਨੂੰ, ਵੀ ਤੇਰੇ ਘਰ ਵਿੱਚ ਤੂੰ ਅੱਜ ਵੰਡਿਆ ਨਾ ਤੇ ਚੀਜ਼ਾਂ ਦੁੱਗਣੀਆਂ ਹੋਣਗੀਆਂ। ਇਹ ਦੁੱਗਣਾ ਭਾਵ ਕਿ ਦੁੱਧ ਹੋਵੇਗਾ, ਲੱਸੀ ਹੋਵੇਗੀ। ਤੂੰ ਅੱਜ ਵੰਡਣ ਦਾ ਜਿਗਰਾ ਕੀਤਾ। ਜਿਹੜੇ ਬੰਦੇ ਨੂੰ ਵੰਡਣਾ ਆਉਂਦਾ ਹੈ ਉਹਨੂੰ ਉਹਦੇ ਕੋਲ ਦੁੱਗਣਾ ਆਉਂਦਾ। ਫਿਰ ਇਹ ਚੀਜ਼ ਨਹੀਂ ਵੀ ਉਹ ਵੰਡਣ ਨਾਲ ਘਟ ਜਾਂਦਾ ਹੈ, ਨਹੀਂ। ਅਧਿਆਤਮ ਵਾਲੀ ਜਿਹੜੀ ਚੀਜ਼ ਆ, ਇਵੇਂ ਵੱਧ ਸਮਝ ਜਾਓਗੇ। ਬੱਚਿਆਂ ਨੂੰ ਸਿਖਾਉਣ ਨਾਲ ਸਿਖਾਉਣ ਵਾਲਾ ਵੱਧ ਸਿੱਖਦਾ। ਜਿਹੜੇ ਅਧਿਆਪਕ ਨੇ ਨਾ, ਅਧਿਆਪਕ ਟੀਚਰ ਹੁੰਦੇ ਨੇ, ਤੁਹਾਨੂੰ ਲੱਗਦਾ ਵੀ ਉਹ ਬੱਚਿਆਂ ਨੂੰ ਪੜ੍ਹਾਉਂਦੇ ਨੇ, ਨਹੀਂ। ਬੱਚੇ ਉਹਨਾਂ ਨੂੰ ਪੜ੍ਹਾਉਂਦੇ ਹੁੰਦੇ ਆ, ਉਹ ਬੱਚਿਆਂ ਤੋਂ ਸਿੱਖ ਰਹੇ ਹੁੰਦੇ ਆ। ਇਸ ਕਰਕੇ ਬੱਚੇ ਉਹਨਾਂ ਦੇ ਉਸਤਾਦ ਹੁੰਦੇ ਆ। ਜਿਹੜਾ ਚੰਗਾ ਅਧਿਆਪਕ ਆ ਨਾ, ਉਹ ਇਹ ਕਹੂਗਾ ਇਹ ਮੇਰੇ ਉਸਤਾਦ ਨੇ, ਮੈਂ ਇਹਨਾਂ ਤੋਂ ਪੜ੍ਹਦਾ ਹਾਂ। ਸਿਖਾਉਣ ਵਾਲਾ ਸਿੱਖਣ ਵਾਲਿਆਂ ਤੋਂ ਵੀ ਵੱਧ ਸਿੱਖਦਾ। ਵੰਡਣ ਵਾਲੇ ਕੋਲ ਘਟਦੀਆਂ ਨਹੀਂ ਚੀਜ਼ਾਂ, ਵੱਧਦੀਆਂ ਨੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਉਮਰ ਜਿਹੜੀ ਆ ਉਹ 16 ਸਾਲਾਂ ਦੀ ਹੋ ਗਈ ਆ, ਲਗਭਗ ਇਹਦੇ ਕਰੀਬ ਆ, ਆਸ-ਪਾਸ। ਹੁਣ ਉਹ ਘਰ ਦੇ ਵਿੱਚ ਨਹੀਂ ਰਹਿੰਦੇ ਜ਼ਿਆਦਾ। ਜਦੋਂ ਦੇ ਵੈਦ ਜੀ ਘਰੇ ਆ ਕੇ ਗਏ ਆ, ਕਿਹਾ ਕਿ ਪਟਵਾਰੀ ਸਾਹਿਬ ਜੀ, ਇਹ ਤੁਹਾਡਾ ਬੱਚਾ ਬਿਮਾਰ ਨਹੀਂ ਹੈਗਾ, ਇਹਨੂੰ ਕੋਈ ਰੋਗ ਨਹੀਂ, ਇਹ ਤਾਂ ਸਗੋਂ ਰੋਗੀਆਂ ਨੂੰ ਠੀਕ ਕਰਨ ਵਾਲਾ ਵੈਦ ਹੈ। ਇਹ ਆਖਿਆ। ਉਦੋਂ ਬਾਅਦ ਪਿਤਾ ਜੀ ਕਹਿਣ ਲੱਗੇ, ਨਾਨਕ ਪੁੱਤਰ ਹੁਣ ਤੂੰ ਇਉਂ ਕਰ, ਮੈਂ ਤੈਨੂੰ ਕੁਝ ਪੈਸੇ ਦਿੰਦਾ ਹਾਂ। ਜਿਹੜੀ ਵੰਡਣ ਦੀ ਗੱਲ ਆ, ਉਦੋਂ ਕਰੰਸੀ ਜਿਹੜੀ ਸੀ ਚੱਲਦੀ ਸੀ, ਰਜਤਪਣ ਕਰੰਸੀ ਸੀ। ਜਿਵੇਂ ਅੱਜ ਪੈਸੇ ਆ ਜਾਂ ਹੋਰਾਂ ਦੇਸ਼ਾਂ ਵਿੱਚ ਡਾਲਰ ਨੇ, ਪੌਂਡ ਨੇ, ਉਦੋਂ ਜਿਹੜੀ ਕਰੰਸੀ ਇੱਥੇ ਚੱਲਦੀ ਸੀ ਆਪਣੇ, ਉਹ ਰਜਤਪਣ ਸੀ। 20 ਰੁਪਈਏ ਜਿਹਨੂੰ ਆਪਾਂ ਕਹਿੰਦੇ ਹਾਂ, 20 ਰੁਪਈਏ ਤਾਂ ਕਹਿੰਦੇ ਹਾਂ, ਉਹ ਰਜਤਪਣ ਕਹਿ ਦਈਏ ਤਾਂ ਪਤਾ ਨਹੀਂ ਨਾ ਲੱਗਦਾ, ਫਿਰ ਉਹ ਤਾਂ ਸਾਨੂੰ ਕਹਿਣਾ ਪੈਂਦਾ ਹੈ। ਤਾਂ ਉਦੋਂ ਫਿਰ 20 ਰੁਪਈਏ ਦੇ ਕੇ ਆਖਿਆ, ਪੁੱਤਰ ਜੀ ਖਰਾ ਸੌਦਾ ਹੀ ਕਰਾਓ, ਖਰਾ ਸੌਦਾ ਹੀ ਕਰਾਓ। ਉਹਨਾਂ ਨੇ ਆਖਿਆ ਵੀ ਖਰੇ ਸੌਦੇ ਦਾ ਭਾਵ ਕੀ ਆ? ਜਿਹੜੀ ਚੀਜ਼ ਤਲਵੰਡੀ 'ਚ ਸਸਤੀ ਆ, ਰਾਏ ਭੋਏ ਦੀ ਤਲਵੰਡੀ ਵਿੱਚ, ਅਤੇ ਉਹ ਨਹੀਂ ਲੈ ਕੇ ਆਉਣੀ। ਜਿਹੜੀ ਚੀਜ਼ ਦੂਜੇ ਸ਼ਹਿਰ 'ਚ ਸਸਤੀ ਆ, ਉਹ ਲਿਆ ਕੇ ਮਹਿੰਗੇ ਭਾਅ 'ਤੇ ਵੇਚਣੀ ਆ, ਵੀ ਜਿਹਦੇ ਵਿੱਚ ਘਾਟਾ ਨਾ ਪਵੇ। ਉਹ ਵਪਾਰ ਨੂੰ ਖਰਾ ਸੌਦਾ ਉਹਨਾਂ ਦੀ ਭਾਸ਼ਾ ਵਿੱਚ ਸੀ। ਉਹ ਵਪਾਰ ਕਰਿਓ ਪੁੱਤਰ ਜੀ ਜਿਹਦੇ ਵਿੱਚ ਘਾਟਾ ਨਾ ਪਵੇ, ਤੁਹਾਨੂੰ ਲਾਭ ਹੀ ਲਾਭ ਹੋਵੇ, ਉਹਨੂੰ ਕਹਿੰਦੇ ਆ ਖਰਾ ਸੌਦਾ। ਸ਼ਹਿਰੋਂ ਆਪਾਂ ਸਸਤੇ ਭਾਅ 'ਤੇ ਚੀਜ਼ ਲਿਆਉਣੀ ਆ, ਉਹਨੂੰ ਦੁੱਗਣੀ ਕਰਕੇ ਪਿੰਡ 'ਚ ਵੇਚ ਦੇਣਾ ਹੈ। ਇਵੇਂ ਤੇਰੀ ਹੌਲੀ ਹੌਲੀ ਹੱਟੀ ਪੈ ਜਾਏਗੀ, ਤੂੰ ਵਪਾਰੀ ਬਣ ਜਾਏਗਾ, 4 ਪੈਸੇ ਆਪਣੇ ਕੋਲ ਆ ਜਾਣਗੇ, ਤੂੰ ਵੀ ਸੌਖਾ, ਸਾਡੇ ਮਨ ਨੂੰ ਵੀ ਸ਼ਾਂਤੀ ਮਿਲੂਗੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਠੀਕ ਹੈ ਪਿਤਾ ਜੀ। ਉਹ ਕਹਿੰਦੇ ਚੱਲ ਤੂੰ ਬਾਲੇ ਨੂੰ ਨਾਲ ਲੈ ਜਾ। ਇਹ ਉਦੋਂ ਦੀ ਗੱਲ ਹੈ ਵੀ ਉਹ ਸਿਆਣਾ ਹੈ ਤੇਰੇ ਨਾਲੋਂ, ਥੋੜ੍ਹਾ ਜਿਹਾ ਵੱਡਾ ਉਮਰ 'ਚ ਨਾ, ਵੀ ਤੇਰੀ ਮਦਦ ਕਰੂਗਾ। ਉਹ ਵੀ ਕਹਿੰਦੇ ਪਿਤਾ ਜੀ ਠੀਕ ਹੈ।
ਉਹ ਗੁਰੂ ਨਾਨਕ ਜੀ ਨੂੰ ਉਹ 20 ਰੁਪਈਏ ਦੇ ਕੇ ਖਰਾ ਸੌਦਾ ਕਰਨ ਲਈ ਪਿਤਾ ਜੀ ਨੇ ਤੋਰ ਦਿੱਤਾ ਹੈ। ਉੱਥੋਂ ਲਾਗੇ ਹੀ 3 ਕੋਹ ਦੀ ਵਾਟ ਤੇ ਨਾ 3 ਕੋਹ ਦੀ ਵਾਟ ਤੇ ਚੂੜਕਾਣਾ ਪਿੰਡ ਸੀ ਉੱਥੋਂ ਉਦੋਂ। ਉੱਥੇ ਗੁਰੂ ਨਾਨਕ ਜੀ ਜਾਂਦੇ ਨੇ, ਨਾਲ ਭਾਈ ਬਾਲਾ ਜੀ ਨੇ। ਹਜੇ ਉੱਥੇ ਪਹੁੰਚੇ ਨਹੀਂ ਹੈਗੇ, ਉਹ ਪਿੰਡ ਵਿੱਚ ਸ਼ਹਿਰ ਵਿੱਚ ਪਹੁੰਚੇ ਨਹੀਂ, ਉਹ ਨਗਰ ਦੇ ਵਿੱਚ ਜਿੱਥੋਂ ਇਹਨਾਂ ਨੇ ਸੌਦਾ ਖਰੀਦਣਾ। ਉਹ ਰਸਤੇ ਵਿੱਚ ਇੱਕ ਸਾਧੂਆਂ ਦੀ ਮੰਡਲੀ ਦੇਖੀ ਆ। ਉਹ ਜ਼ਮੀਨ ਤੇ ਭੋਏ ਤੇ ਹੇਠਾਂ ਹੀ ਬੈਠੇ ਨੇ। ਪਿੰਡੇ ਤੇ ਉਹਨਾਂ ਦੇ ਸਵਾਹ ਮਿਲੀ ਹੋਈ ਆ। ਉਹਨਾਂ ਦਾ ਜਿਹੜਾ ਮੁਖੀ ਆ ਉਹਦਾ ਨਾਮ ਆ ਸੰਤ ਰੇਣ। ਉਹ ਸਾਧੂ ਦਾ ਨਾਮ ਹੈ ਸੰਤ ਰੇਣ। ਗੁਰੂ ਨਾਨਕ ਜੀ ਉੱਥੇ ਜਾਂਦੇ ਰੁਕ ਜਾਂਦੇ ਨੇ। ਪਿਆਰੇ ਜੀ ਪੁੱਛਦੇ ਨੇ ਵੀ ਤੁਹਾਨੂੰ ਕੀ ਹੋ ਗਿਆ, ਤੁਸੀਂ ਇੱਦਾਂ ਕਿਉਂ ਬੈਠੇ ਹੋ? ਕਹਿਣ ਲੱਗੇ ਇਹ ਅਸੀਂ ਰੱਬ ਦੀ ਯਾਦ ਵਿੱਚ ਬੈਠੇ ਹਾਂ। ਕਹਿੰਦੇ ਚਿਹਰਾ ਦੱਸਦਾ ਵੀ ਤੁਸੀਂ ਕੁਝ ਛਕਿਆ ਹੈ, ਭੋਜਨ ਪ੍ਰਸ਼ਾਦਾ ਛਕਿਆ ਹੈ ਕਿ ਨਹੀਂ ਛਕਿਆ? ਪ੍ਰਸ਼ਾਦਾ ਛਕਿਆ ਹੈ ਕਿ ਨਹੀਂ? ਕਹਿੰਦੇ ਨਹੀਂ, 3 ਦਿਨ ਹੋ ਗਏ ਛਕਿਆ ਨਹੀਂ। ਕਹਿੰਦੇ ਮੰਗਣ ਨਹੀਂ ਜਾਂਦੇ ਘਰਾਂ ਦੇ ਵਿੱਚ ਆਮ ਜਿਵੇਂ ਲੋਕ ਚਲੇ ਜਾਂਦੇ? ਕਹਿੰਦੇ ਨਹੀਂ, ਮੰਗਣ ਦੇ ਨਾਲ ਇੱਜ਼ਤ ਘਟਦੀ ਆ, ਪਰਮਾਤਮਾ ਦੀ ਨਿਗਾਹ 'ਚ ਇੱਜ਼ਤ ਘਟਦੀ ਆ। ਜਦੋਂ ਉਹਨੇ ਦੇਣਾ ਹੋਵੇਗਾ ਦੇ ਦੇਗਾ। ਸੰਤ ਰੇਣ ਜਿਹੜਾ ਸੀ ਉਹਦੇ ਵਿੱਚ ਇੰਨਾ ਸਬਰ ਸੀ, ਤੇ ਬਾਕੀ ਸਾਧੂਆਂ 'ਚ ਵੀ ਜਦੋਂ ਉਹਨੇ ਦੇਣਾ ਨਾ ਦੇ ਦੇਗਾ। ਇਹ ਜਿਵੇਂ ਪੰਛੀਆਂ 'ਚ ਚੀਜ਼ ਹੈਗੀ ਆ, ਸਾਡੇ 'ਚ ਨਹੀਂ ਹੈਗੀ, ਪਰ ਉਹ ਸਾਧੂ 'ਚ ਸੀਗੀ ਇਹ ਗੱਲ। ਉਹ ਸੰਤ ਰੇਣ ਜਿਹੜੇ ਸੀ ਕਹਿੰਦੇ ਜਦੋਂ ਉਹ ਦੇਵੇਗਾ ਤੇ ਛਕ ਲਾਂਗੇ, ਨਹੀਂ ਬੈਠੇ ਆ ਇੱਥੇ, ਮੰਗਣ ਨਹੀਂ ਅਸੀਂ ਜਾਂਦੇ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜੇ ਤੁਸੀਂ ਮੰਗਣ ਨਹੀਂ ਜਾਂਦੇ, ਉਹ ਪਿਆਰੇ ਬਾਵਲ, ਨਿਰੰਕਾਰ ਬਾਵਲ ਉੱਥੇ ਲਿਖਿਆ ਸ਼ਬਦ ਵੀ ਤੁਸੀਂ ਉਹ ਪਿਆਰੇ ਬਾਵਲ ਦੀ ਯਾਦ ਵਿੱਚ ਬੈਠੇ ਹੋ। ਬਾਵਲ ਕਹਿੰਦੇ ਨੇ ਪਿਤਾ ਨੂੰ, ਬਾਵਲ ਨਿਰੰਕਾਰ ਕਹਿੰਦੇ ਨੇ ਰੱਬ ਨੂੰ। ਐਸੇ ਨਿਰੰਕਾਰ ਦੀ ਯਾਦ ਵਿੱਚ ਬੈਠੇ ਹੋ, ਤੇ ਹੁਣ ਮੇਰਾ ਵੀ ਫਰਜ਼ ਬਣਦਾ ਜਿਹੜੇ ਮੇਰੇ ਬਾਬਲ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਮਦਦ ਕਰਾਂ। ਇਹ ਜਿਹੜੇ 20 ਰੁਪਈਏ ਖੀਸੇ 'ਚ ਨੇ, ਇਹਨਾਂ 'ਤੇ ਲਾਹਨਤ ਹੋਵੇਗੀ ਜੇ ਮੈਂ ਇਉਂ ਲੰਘ ਜਾ ਇਹਨਾਂ ਦੇ ਅੱਗੋਂ। ਤਾਂ ਉਹ 20 ਰੁਪਈਏ ਫਿਰ ਉਹ ਸੰਤ ਰੇਣ ਨੂੰ ਦੇ ਦਿੱਤੇ ਨੇ। ਭਾਈ ਵੀਰ ਸਿੰਘ ਜੀ ਕਹਿੰਦੇ ਉਹਨਾਂ ਦੇ ਅੱਗੇ ਰੱਖੇ ਆ। ਉਹ ਕਹਿਣ ਲੱਗੇ ਬੇਟਾ, ਉਮਰ ਛੋਟੀ ਸੀ ਨਾ ਉਦੋਂ ਗੁਰੂ ਨਾਨਕ ਜੀ ਦੀ, 16-17 ਸਾਲ ਦੇ ਕਰੀਬ ਇੱਥੇ ਲਿਖੀ ਉਮਰ, ਇੰਨੀ ਕੀ ਸੀ ਮਹਾਰਾਜ ਦੀ। ਉਹ ਕਹਿਣ ਲੱਗੇ ਬੇਟਾ ਵੀ ਤੇਰੇ ਘਰੋਂ ਗਾਲਾਂ ਪੈਣਗੀਆਂ, ਕਿ ਹੋ ਸਕਦਾ ਇਹ ਪੈਸੇ ਤੈਨੂੰ ਜ਼ਰੂਰੀ ਕੰਮ ਲਈ ਦਿੱਤੇ ਹੁਣ ਤੇਰੇ ਘਰਦਿਆਂ ਨੇ, ਪਰਿਵਾਰ ਨੇ, ਤੇ ਤੂੰ ਸਾਨੂੰ ਦੇ ਜਾਏਗਾ ਤੇ ਤੈਨੂੰ ਝਿੜਕਾਂ ਪੈਣਗੀਆਂ ਵੀ ਨਹੀਂ ਅਸੀਂ ਪੈਸੇ ਨਹੀਂ ਲੈ ਸਕਦੇ। ਨਾ ਹੀ ਉਹ ਕਹਿੰਦੇ ਅਸੀਂ ਪੈਸੇ ਲੈਂਦੇ ਹਾਂ। ਗੁਰੂ ਨਾਨਕ ਸਾਹਿਬ ਜੀ ਫਿਰ ਕਹਿਣ ਲੱਗੇ ਨਹੀਂ, ਇਹ ਖਰਾ ਸੌਦਾ ਹੈ। ਜੋ ਪਿਤਾ ਜੀ ਨੇ ਕਿਹਾ ਮੈਂ ਉਹੀ ਕਰ ਰਿਹਾ। ਉਹਨਾਂ ਨੂੰ ਆਖਿਆ ਵੀ ਮੈਂ ਅੱਜ ਪਿਤਾ ਜੀ ਦਾ ਕਹਿਣਾ ਮੰਨਦਾ। ਉਹਨਾਂ ਨੇ ਕਿਹਾ ਖਰਾ ਸੌਦਾ, ਮੈਨੂੰ ਇਦੋਂ ਖਰਾ ਸੌਦਾ ਲੱਗਦਾ ਹੀ ਨਹੀਂ ਕੋਈ। ਮੈਂ ਪਿਤਾ ਜੀ ਦਾ ਬਚਨ ਕਮਾਉਣਾ। ਹੁਣ ਪਿਤਾ ਜੀ ਲਈ ਖਰਾ ਸੌਦਾ ਉਹਦੇ ਅਰਥ ਕੁਝ ਹੋਰ ਆ, ਗੁਰੂ ਨਾਨਕ ਲਈ ਕੋਈ ਹੋਰ ਆ। ਉਹਨਾਂ ਲਈ ਖਰੇ ਸੌਦੇ ਦੇ ਅਰਥ ਆ ਪਿਤਾ ਜੀ ਲਈ ਬਈ ਸਸਤੇ ਭਾਅ ਚੀਜ਼ ਲਿਆ ਕੇ ਉਹਨੂੰ ਦੁੱਗਣੇ ਭਾਅ 'ਤੇ ਵੇਚ ਦੇਣਾ, ਫਿਰ ਹੋਰ ਸੌਦਾ ਪਾ ਲੈਣਾ, ਉਹ ਖਰਾ ਸੌਦਾ। ਗੁਰੂ ਨਾਨਕ ਜੀ ਲਈ ਖਰਾ ਸੌਦਾ ਇਹ ਹੈ ਕਿ ਮੇਰੇ ਸਾਹਮਣੇ ਕੋਈ ਭੁੱਖਾ ਹੈ, 20 ਰੁਪਈਏ ਮੇਰੇ ਖੀਸੇ 'ਚ ਨੇ, ਫਿਰ ਉਹਨਾਂ 'ਤੇ ਲਾਹਨਤ ਆ ਜੇ ਉਹ ਮੇਰੇ 20 ਰੁਪਈਆਂ ਹੁੰਦੇ ਆ ਭੁੱਖੇ ਦੇ। ਇਹਨਾਂ ਲਈ ਇਹ ਖਰਾ ਸੌਦਾ। ਅਰਥ ਬਦਲ ਗਏ ਨਾ, ਉਹ ਪੈਸੇ ਨਹੀਂ ਉਹਨਾਂ ਲਏ। ਫਿਰ ਗੁਰੂ ਨਾਨਕ ਜੀ ਨੂੰ ਭਾਈ ਬਾਲਾ ਜੀ ਨੇ ਰੋਕਿਆ। ਉਹ ਕਹਿੰਦੇ ਪਿਤਾ ਜੀ ਲੜਨਗੇ ਬਹੁਤ, ਝਿੜਕਣਗੇ ਬਹੁਤ। ਉਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਪਿਤਾ ਜੀ ਦਾ ਕਹਿਣਾ ਹੀ ਮੰਨ ਰਹੇ ਹਾਂ। ਉਹ ਕਹਿੰਦੇ ਅਸੀਂ ਪੈਸੇ ਨਹੀਂ ਲੈਣੇ, ਸੰਤ ਰੇਣ ਕਹਿੰਦਾ। ਉਹ ਕਹਿੰਦੇ ਚਲੋ ਤੁਹਾਨੂੰ ਰਸਦ ਲਿਆ ਦਿੰਦੇ ਹਾਂ। ਉਹਨਾਂ ਨੇ ਰਸਦ, ਗੁਰੂ ਨਾਨਕ ਜੀ ਭਾਈ ਬਾਲਾ ਜੀ ਨੇ ਗਏ, ਉਹ 20 ਰੁਪਈਆਂ ਦੀ ਰਸਦ ਖਰੀਦੀ, ਉਹ ਲਿਆ ਕੇ ਸੰਤ ਰੇਣ ਜੀ ਦੇ ਅੱਗੇ ਰੱਖ ਦਿੱਤੀ। ਉਦੋਂ ਫਿਰ ਭਾਈ ਵੀਰ ਸਿੰਘ ਜੀ ਦੀ ਜਿਹੜੀ ਲਿਖਣ ਮੁਤਾਬਕ ਆ, ਸੰਤ ਰੇਣ ਨੇ ਧੰਨਵਾਦ ਕੀਤਾ, ਸ਼ੁਕਰ ਕੀਤਾ ਤੇ ਆਖਿਆ ਵੀ ਹੁਣ ਤੁਸੀਂ ਚਲੇ ਜਾਓ, ਇਹਨੂੰ ਬਣਾ ਕੇ ਅਸੀਂ ਆਪੇ ਹੀ ਛਕ ਲਾਂਗੇ। ਇਹ ਭਾਈ ਵੀਰ ਸਿੰਘ ਜੀ ਦੀ ਲਿਖਣੀ ਵਿੱਚ ਆ ਜਿਹੜੀ ਉਹਨਾਂ ਦੀ ਲਿਖਤ ਆ। ਤਾਂ ਜਦੋਂ ਗੁਰੂ ਨਾਨਕ ਜੀ ਵਾਪਸ ਆ ਗਏ ਉੱਥੋਂ,
ਤੇ ਉਹ ਸਾਧੂ ਪੁੱਛਦੇ ਆ ਵੀ ਤੁਸੀਂ ਉਹਨਾਂ ਨੂੰ ਜਾਣ ਲਈ ਕਿਉਂ ਕਹਿਤਾ, ਵੀ ਉਹਨਾਂ ਨੂੰ ਇੱਥੇ ਰੱਖ ਲੈਂਦੇ, ਵੀ ਉਹ ਜੋ ਆਇਆ ਸੀ ਇੱਕ ਬਾਲੜਾ ਪ੍ਰੀਤਮ ਛੋਟਾ ਬੱਚਾ, ਉਹਨੂੰ ਜਾਣ ਲਈ ਕਿਉਂ ਕਹਿ ਦਿੱਤਾ। ਉਹ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਇਹ ਗੱਲ ਦਾ। ਸੰਤ ਰੇਣ ਜੀ ਕਹਿੰਦੇ ਉਹ ਕੋਈ ਬੱਚਾ ਨਹੀਂ ਹੈ, ਉਹ ਪੈਗੰਬਰਾਂ ਤੋਂ ਅਵਤਾਰਾਂ ਤੋਂ ਵੀ ਉੱਪਰ ਹੈ। ਉਹਦੀਆਂ ਅੱਖਾਂ ਦੇ ਵਿੱਚ ਜਲਾਲ ਮੈਂ ਤੱਕਿਆ, ਉਹਦੇ ਚਿਹਰੇ ਦਾ ਨੂਰ ਮੈਂ ਤੱਕਿਆ, ਤੇ ਉਹਦੇ ਤੋਂ ਆਪਾਂ ਭੋਜਨ ਬਣਾ ਕੇ ਛਕਦੇ ਚੰਗੇ ਨਹੀਂ ਸੀ ਲੱਗਦੇ, ਵੀ ਅਸੀਂ ਉਹਦੀ ਸੇਵਾ ਕਰਨੀ ਹੈ, ਉਹ ਨਿਰੰਕਾਰੀ ਨਾਨਕ ਦੀ, ਅਸੀਂ ਉਹਦੇ ਤੋਂ ਸੇਵਾ ਕਰਵਾਉਣੀ ਨਹੀਂ। ਤਾਂ ਕਰਕੇ ਜੇ ਅਸੀਂ ਉਹਨੂੰ ਇੱਥੇ ਰੱਖ ਲੈਂਦੇ ਨਾ, ਤੇ ਉਹਨੇ ਰੋਟੀਆਂ ਬਣਾ ਕੇ ਸਾਨੂੰ ਇਹ ਛਕਾਉਣੀਆਂ ਸੀ, ਤੇ ਜਿਹੜਾ ਮੇਰੀ ਜ਼ਮੀਰ ਨੂੰ ਚੰਗਾ ਨਹੀਂ ਸੀ ਲੱਗਣਾ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਇਹ ਸੌਦਾ ਪੱਤਾ ਤੁਸੀਂ ਇੱਥੇ ਰੱਖ ਜਾਓ ਆਪਣਾ, ਤੇ ਅਸੀਂ ਆਪ ਬਣਾ ਕੇ ਛਕ ਲਾਂਗੇ। ਅਸੀਂ ਸਾਡੀ ਜਿਹੜੀ ਮੰਡਲੀ ਆ ਉਹ ਆਪ ਬਣਾਊਗੀ, ਤੁਸੀਂ ਰਾਸ਼ਨ ਲਿਆ ਤਾਂ 20 ਰੁਪਈਆਂ ਦਾ, ਇੰਨਾ ਹੀ ਬਹੁਤ ਆ, ਇਤਨਾ ਹੀ ਬਹੁਤ ਆ। ਤਾਂ ਫਿਰ ਉਹਨਾਂ ਨੇ ਉਹ ਭੋਜਨ ਜਿਹੜਾ ਛਕਿਆ। ਤੇ ਅੱਜ ਜੇ ਆਪਾਂ ਦੇਖੀਏ, ਉਹ ਗੁਰੂ ਨਾਨਕ ਸਾਹਿਬ ਜੀ ਦੇ ਉਹ 20 ਰਜਤਪਣ ਜਿਹੜੇ ਸੀ, 20 ਰੁਪਈਏ ਜਿਹੜੇ ਸੀਗੇ, ਉਹਨਾਂ ਦੀਆਂ ਇਹ ਸਾਰੀਆਂ ਬਰਕਤਾਂ ਨੇ। ਤਾਂ ਇਤਿਹਾਸ ਲਿਖਣ ਵਿੱਚ ਕਿਤੇ ਇਤਿਹਾਸਕਾਰਾਂ ਦੇ ਮਤਭੇਦ ਹੋ ਜਾਂਦੇ ਆ। ਕਿਸੇ ਨੇ ਆਖਿਆ ਵੀ ਗੁਰੂ ਨਾਨਕ ਜੀ ਨੇ ਛਕਾਇਆ, ਤੇ ਭਾਈ ਵੀਰ ਸਿੰਘ ਜੀ ਨੇ ਜਿਹੜਾ ਲਿਖਿਆ ਵੀ ਉੱਥੇ ਰਾਸ਼ਨ ਲਿਆ ਕੇ ਦਿੱਤਾ। ਸੰਤ ਰੇਣ ਨੇ ਇਹ ਨਹੀਂ ਕਿਹਾ ਵੀ ਤੁਸੀਂ ਰੋਟੀਆਂ ਵੀ ਸਾਨੂੰ ਪਕਾ ਕੇ ਛਕਾਓ, ਨਹੀਂ, ਉਹ ਕਹਿੰਦੇ ਤੁਸੀਂ ਤਾਂ ਰੱਬ ਦਾ ਰੂਪ ਹੋ, ਤੁਹਾਡੀ ਸੇਵਾ ਕਰਨੀ ਆ। ਉਹ ਸਮਝ ਗਏ ਸੰਤ ਰੇਣ ਕੋਈ ਆਮ ਇਨਸਾਨ ਨਹੀਂ ਸੀ, ਜਿਹੜਾ ਬੰਦਾ ਇਹ ਕਹਿ ਦੇ ਰੱਬ ਜਦੋਂ ਦਊਗਾ ਉਦੋਂ ਛਕ ਲਾਂਗੇ। ਰੁੱਖਾਂ ਵਾਲਾ ਜਿਗਰਾ ਸੀ ਉਹਨਾਂ ਅੰਦਰ, ਪੰਛੀਆਂ ਵਾਲਾ ਸੁਭਾਅ ਸੀਗਾ, ਇਸ ਕਰਕੇ ਤੇ ਉਹ ਆਮ ਬੰਦੇ ਨਹੀਂ ਸੀਗੇ ਉਹ। ਤਾਂ ਇਹ ਸਾਰੀ ਯੋਜਨਾ ਹੋਈ ਹੁੰਦੀ ਆ ਪਰਮਾਤਮਾ ਦੁਆਰਾ, ਉਸ ਪਿਆਰੇ ਦੀ ਇੱਕ ਵਿਧੀ ਬਣਾਈ ਹੋਈ ਆ, ਇੱਕ ਪਲੈਨਿੰਗ ਆ, ਉਹਦੇ ਅਨੁਸਾਰ ਸਭ ਕੁਝ ਚੱਲਦਾ ਹੈ। ਉਹਦੇ ਅਸੀਂ ਇੱਕ ਪਿਆਦੇ ਹਾਂ। ਸਾਨੂੰ ਲੱਗਦਾ ਵੀ ਅਸੀਂ ਖੇਡ ਰਹੇ ਹਾਂ ਖੇਡ, ਪਰ ਜਿਵੇਂ ਸ਼ਤਰੰਜ ਖੇਡਣ ਵਾਲਾ ਕੋਈ ਹੋਰ ਹੁੰਦਾ, ਉਹ ਜਿਹੜੇ ਪਿਆਦੇ ਨੇ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਅਸੀਂ ਖੇਡ ਰਹੇ ਹਾਂ, ਪਰ ਨਹੀਂ, ਉਹਨਾਂ ਦੀ ਭੁੱਲ ਹੁੰਦੀ ਆ। ਭਾਗਵਤ ਗੀਤਾ ਦੇ ਵਿੱਚ ਵੀ ਇਵੇਂ ਲਿਖਿਆ ਹੈ। ਉਹ ਕ੍ਰਿਸ਼ਨ ਜੀ ਜਿਹੜੇ ਨੇ, ਉਹ ਕਹਿੰਦੇ ਨੇ ਅਰਜਨ ਨੂੰ, ਕਹਿੰਦੇ ਉਹ ਦੇਖ ਸਾਹਮਣੇ ਕੁਰੂਕਸ਼ੇਤਰ ਦੇ ਮੈਦਾਨ 'ਚ ਜਦੋਂ ਉਹਨੇ ਹਥਿਆਰ ਸੁੱਟ ਦਿੱਤੇ, ਉਹ ਕਹਿ ਰਹੇ ਨੇ, ਕਹਿੰਦੇ ਜਿਹਨੇ ਮਰਨਾ ਹੈ ਨਾ ਉਹਨੇ ਮਰਨਾ ਹੈ, ਰੱਬ ਨੇ ਜਿਹਨੂੰ ਬਚਾਉਣਾ ਹੈ ਉਹਨੂੰ ਬਚਾਉਣਾ ਹੈ, ਤੂੰ ਵਿਚਕਾਰਲੀ ਚਿੰਤਾ ਛੱਡ ਦੇ। ਜਿਹਨੂੰ ਮਾਰਨਾ ਉਹ ਮਾਰੇਗਾ, ਜਿਹਨੂੰ ਬਚਾਉਣਾ ਉਹ ਬਚਾਵੇਗਾ, ਤੂੰ ਹਥਿਆਰ ਚੁੱਕ ਤੇ ਤੀਰ ਚਲਾ। ਤਾਂ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਜਦੋਂ ਅਰਜਨ ਨੂੰ ਗਿਆਨ ਹੋਇਆ, ਉਹਨੇ ਸੁੱਟੇ ਹੋਏ ਹਥਿਆਰ ਚੁੱਕ ਲਏ ਸੀ ਕਿ ਇਹ ਉਹਦੀ ਇੱਕ ਖੇਡ ਆ, ਵੀ ਸਾਨੂੰ ਲੱਗਦਾ ਵੀ ਅਸੀਂ ਕਰ ਰਹੇ ਹਾਂ, ਪਰ ਉਹ ਜਿਹੜੀ ਇਹ ਚੀਜ਼ ਆ, ਜਿਹੜੀ ਗੀਤਾ ਭਾਗਵਤ ਗੀਤਾ ਵੀ ਕਹਿੰਦੀ ਆ ਨਾ, ਇਹ 'ਤੇ ਅਮਲ ਕਮਾਉਣਾ ਵੀ ਬਹੁਤ ਔਖਾ ਹੋ ਜਾਂਦਾ। ਤਾਂ ਕਰ ਕਿਰਪਾ ਜਿਸ ਦੇ ਸੁਆਮੀ, ਅਖੀਰਲੀ ਪੰਕਤੀ, ਬਿਰਲੇ ਕਾਹੂ ਜਾਨਾ, ਜਿਹਦੇ 'ਤੇ ਤੇਰੀ ਕਿਰਪਾ ਹੋ ਜਾਂਦੀ ਆ, ਉਹਨੂੰ ਤੂੰ ਇਹ ਗੱਲ ਬੁਝਾ ਦਿੰਦਾ ਹੈ, ਪਰ ਉਹ ਬਿਰਲੇ ਨੇ। ਉਹ ਵਿਰਲਿਆਂ ਨੂੰ ਸਮਝ ਆਉਂਦੀ ਆ ਵੀ ਇਹ ਖੇਡ ਆਪੇ ਹੀ ਇੱਕ ਯੋਜਨਾ ਮੁਤਾਬਕ ਚੱਲ ਰਹੀ ਆ, ਤੇ ਮੈਂ ਖਾਮ ਖਾਏ ਦੇ ਵਿੱਚ ਆ ਰਿਹਾ ਹਾਂ। ਜਿਵੇਂ ਉਹ ਕਹਿੰਦੇ ਨੇ ਨਾ ਵੀ ਤੂੰ ਮਾਰ ਦੇ, ਜਿਹਨੂੰ ਮਾਰਨਾ ਉਹ ਮਾਰੇਗਾ, ਜਿਹਨੂੰ ਬਚਾਉਣਾ ਉਹ ਬਚਾਵੇਗਾ, ਤੂੰ ਵਿਚਲੀ ਚਿੰਤਾ ਛੱਡ ਦੇ, ਤੂੰ ਇੱਕ ਖੇਡ ਦਾ ਪਿਆਦਾ ਹੈ। ਇੱਦਾਂ ਹੀ ਗੁਰੂ ਨਾਨਕ ਸਾਹਿਬ ਜੀ ਨਾਲ ਜੋ ਹੋਇਆ, ਉਹ ਸੰਤ ਰੇਣ ਦਾ ਮਿਲਣਾ, ਉਹ 20 ਰੁਪਈਏ ਉੱਥੇ ਲੰਗਰ ਉਹਨਾਂ ਦਾ ਵਰਤਾਉਣਾ, ਇਹ ਸਭ ਪਰਮਾਤਮਾ ਦੀ ਇੱਕ ਵਿਧੀ ਸੀ ਵੀ ਆਉਣ ਵਾਲੀਆਂ ਪੀੜ੍ਹੀਆਂ ਇਹ ਜੋ ਲੰਗਰ ਪ੍ਰਥਾ ਹੈ ਇਹਨੂੰ ਕਿਵੇਂ ਸਾਂਭਦੀਆਂ ਨੇ, ਤਾਂ ਉਹਨੂੰ ਅਸੀਂ ਗੁਰੂ ਨਾਨਕ ਜੀ ਦੀ ਸਿੱਖਿਆ ਨੂੰ ਕਿਵੇਂ ਅਸੀਂ ਅੱਜ ਲੈ ਰਹੇ ਹਾਂ। ਤਾਂ ਇਹ ਵੀ ਪਰਮਾਤਮਾ ਦੀ ਹੀ ਹੁਕਮ ਹੀ ਆ, ਉਹਦੀ ਰਜ਼ਾ ਹੀ ਆ ਇਹ, ਕਿ ਅਸੀਂ ਇਹਦੇ ਵਿੱਚ ਕੀ ਕਰ ਰਹੇ ਹਾਂ। ਲੱਖ ਕੋਸ਼ਿਸ਼ ਕਰਦੇ ਹਾਂ, ਕੋਈ ਬਾਣੀ ਨਾਲ ਨਹੀਂ ਜੁੜਦਾ ਬੱਚਾ, ਕਈ ਆਪੇ ਹੀ ਜੁੜੀ ਜਾਂਦੇ ਆ। ਹੈਰਾਨੀ ਨਹੀਂ ਇਹ ਬਸ ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਅੱਜ ਦੇ ਦੀਵਾਨ 'ਚ ਇਤਨਾ ਹੀ। ਗੁਰੂ ਮਹਾਰਾਜ ਕਿਰਪਾ ਕਰਨ। ਕੀਤੀ ਹੋਈ ਜੋ ਵਿਚਾਰ ਹੈ
ਹਿਰਦਿਆਂ 'ਚ ਵਸ ਜਾਵੇ ਜੀ। ਗੁਰ ਸ਼ਬਦਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਤੇਰੀ ਇਹ ਜਿਹੜੀ ਖੇਡ ਹੈ ਉਹਦੀ ਸਾਨੂੰ ਸਮਝ ਆਵੇ, ਅਸੀਂ ਵੀ ਤੇਰੀ ਰਜ਼ਾ ਵਿੱਚ ਰਹਿਣਾ ਸਿੱਖ ਲਈਏ। ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਬੜੀ ਉੱਚੀ ਹੈ। ਬੋਲਦਿਆਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣ। ਆਓ ਆਪਾਂ ਇਕੱਠੇ ਹੋ ਕੇ ਚੌਂਕੜਾ ਮਾਰ ਕੇ ਸਾਵਧਾਨੀ ਦੇ ਨਾਲ ਵਾਹਿਗੁਰੂ ਜੀ ਨੂੰ ਜਪਣਾ ਕਰੀਏ।